ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਸੋਮਵਾਰ ਦਾ ਦਿਨ ਹੈ, ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਪੰਨੂ ਸਾਹਿਬ ਦਾ ਸਾਥ ਹੁੰਦਾ ਹੈ ਤੇ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਤੇ ਪੰਨੂ ਸਾਹਿਬ ਚਰਚਾ ਕਰਦੇ ਨੇ। ਨਾਲ ਹੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਤੁਹਾਡੇ ਸਵਾਲਾਂ ਦੀ ਵਾਛੜ ਲੱਗਣ ਤੋਂ ਪਹਿਲਾਂ ਮੈਂ ਇੱਕ ਖਬਰ ਦੀ ਗੱਲ ਕਰਨੀ ਚਾਹੁੰਦਾ ਜਿਹਦੇ ਨਾਲ ਮੇਰਾ ਮਨ ਵੀ ਖਰਾਬ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਸਿਰ ਲੱਗਾ ਉਹਨਾਂ ਸਾਰਿਆਂ ਦਾ ਮਨ ਖਰਾਬ ਹੋਣਾ ਚਾਹੀਦਾ ਜੀ। ਭਾਰਤ ਦਾ ਸਭ ਤੋਂ ਵੱਡਾ ਸੂਬਾ ਲਖਨਊ ਦੀ ਰਾਜਧਾਨੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ। ਦੁਨੀਆ ਦੇ ਵਿੱਚ ਲਖਨਊ ਦੀ ਸ਼ਾਇਸਤਗੀ, ਉਹਨਾਂ ਦਾ ਸਾਊਪਣਾ ਇੰਨਾ ਮਸ਼ਹੂਰ ਹੈ ਕਿ ਉਹ ਹਰ ਗੱਲ ਬੜੇ ਢੰਗ ਨਾਲ ਕਹਿਣ ਲਈ ਜਾਣੇ ਜਾਂਦੇ ਨੇ ਜੀ। ਇੱਥੋਂ ਤੱਕ ਗੱਲਾਂ ਮਸ਼ਹੂਰ ਨੇ ਕਿ ਜਦੋਂ ਟਾਂਗੇ ਚੱਲਦੇ ਹੁੰਦੇ ਸੀ ਤੇ ਉਦੋਂ ਇੱਕ ਬੰਦੇ ਨੇ ਟਾਂਗੇ ਵਾਲੇ ਨੂੰ ਪੁੱਛਿਆ ਕਿੰਨੇ ਰੁਪਏ, ਕਹਿੰਦਾ 10 ਰੁਪਏ ਲੱਗਣਗੇ। ਉਹ ਕਹਿੰਦਾ ਮੈਂ ਤੇ 5 ਦੇਵਾਂਗਾ। ਤੇ ਟਾਂਗੇ ਵਾਲਾ ਅੱਗੋਂ ਕਹਿੰਦਾ ਹਜ਼ੂਰ ਤੁਸੀਂ 5 ਦੇ ਵੀ ਭਾਵੇਂ 3 ਦੇ ਦਿਓ, ਪਰ ਥੋੜ੍ਹਾ ਜਿਹਾ ਆਰਾਮ ਨਾਲ ਬੋਲੋ, ਮੇਰਾ ਘੋੜਾ ਗੁੱਸਾ ਕਰ ਲਊਗਾ। ਇੱਥੋਂ ਤੱਕ ਸਾਊਪਣਾ ਮਸ਼ਹੂਰ ਸੀ ਕਿ ਆਪਣੀ ਗੱਲ ਵੀ ਕਹਿਣੀ ਤੇ ਇਸ ਤਰ੍ਹਾਂ ਕਿ ਅਦਬ ਨਾਲ ਕਹੀ ਜਾਵੇ। ਉੱਥੋਂ ਇੱਕ ਮਾੜੀ ਖਬਰ ਆਈ। ਅਰੇ ਉਹਨਾਂ ਮਾੜੀਆਂ ਖਬਰਾਂ 'ਚੋਂ ਇੱਕ ਖਬਰ ਹੈ ਜਿਨ੍ਹਾਂ ਦਾ ਸੰਬੰਧ ਇੱਥੇ ਉਹਨਾਂ ਲੋਕਾਂ ਨਾਲ ਹੈ ਜਿਹੜੇ ਕਈਆਂ ਯੁੱਗਾਂ ਤੋਂ ਦੱਬੇ ਕੁਚਲੇ। ਇੱਕ ਕੰਪਨੀ ਦਾ ਡਿਲੀਵਰੀ ਬੁਆਏ, ਕੰਪਨੀ ਨੂੰ ਆਰਡਰ ਮਿਲਿਆ ਕਿ ਫਲਾਣੇ ਥਾਂ ਤੋਂ ਖਾਣਾ ਲੈਣਾ ਤੇ ਫਲਾਣੇ ਦੇ ਘਰ ਦੇ ਕੇ ਆਉਣਾ ਜੀ। ਡਿਲੀਵਰੀ ਬੁਆਏ ਚਲਾ ਗਿਆ, ਜਿਨ੍ਹਾਂ ਦੇ ਘਰ ਖਾਣਾ ਦੇਣਾ ਸੀ ਉਹ ਬਾਹਰ ਹੀ ਮਿਲ ਪਏ ਤੇ ਉਹਨਾਂ ਨੂੰ ਹੀ ਉਹਨਾਂ ਨੇ ਪੁੱਛ ਲਿਆ, ਉਸ ਮੁੰਡੇ ਨੇ, ਕਿ ਇੱਥੇ ਜੀ ਫਲਾਣਾ ਨੰਬਰ ਕਿਹੜਾ? ਉਹ ਕਹਿੰਦੇ ਉੱਥੇ ਸਾਡਾ। ਕੀ ਗੱਲ? ਕਹਿੰਦਾ ਜੀ ਮੈਂ ਖਾਣਾ ਡਿਲੀਵਰ ਕਰਨਾ ਆ। ਉਹਨਾਂ ਸ਼ਕਲ ਵੇਖੀ, ਫਿਰ ਕਹਿੰਦੇ ਤੇਰਾ ਨਾਂ ਕੀ ਹੋਏ? ਉਹਨੇ ਨਾਂ ਦੱਸਿਆ ਤੇ ਕਹਿੰਦਾ ਹੁਣ ਤੇਰੇ ਵਰਗੀ ਜਾਤ ਦੇ ਹੱਥ ਦਾ ਖਾਣਾ ਅਸੀਂ ਖਾਵਾਂਗੇ? ਇੰਨੀ ਗੱਲ ਤੋਂ ਬਾਅਦ ਉਹਦੇ ਮੂੰਹ ਦੇ ਉੱਤੇ ਥੁੱਕਿਆ ਗਿਆ। ਹਿੰਦੁਸਤਾਨ ਦੇ ਸਭ ਤੋਂ ਵੱਡੇ ਉੱਤਰ ਪ੍ਰਦੇਸ਼, ਜਿਹਨੂੰ ਕਈ ਲੋਕ ਕਹਿੰਦੇ ਉੱਤਮ ਪ੍ਰਦੇਸ਼ ਬਣਾ ਦੇਣਾ, ਉਹਦੀ ਰਾਜਧਾਨੀ ਲਖਨਊ ਦੇ ਵਿੱਚ ਡਿਲੀਵਰੀ ਬੁਆਏ, ਕਿਉਂਕਿ ਉਹ ਦੱਬੀ ਕੁਚਲੀ ਗਿਣੀ ਜਾਂਦੀ ਇੱਕ ਗਰੀਬ ਜਾਤੀ ਦੇ ਵਿੱਚੋਂ ਆ, ਸ਼ਡਿਊਲਡ ਕਾਸਟ, ਉਹਦੇ ਮੂੰਹ ਤੇ ਥੁੱਕਿਆ ਗਿਆ। ਫਿਰ ਵੀ ਸਰਿਆ ਨਹੀਂ। ਫਿਰ 5-7 ਜਣਿਆਂ ਨੇ ਰਲ ਕੇ ਉਹਨੂੰ ਕੁੱਟਿਆ, ਸ਼ਾਇਦ 12 ਜਣੇ ਸਨ ਜੀ। ਉਹਨੂੰ ਕੁੱਟਿਆ। ਬੇਸ਼ਰਮ ਬੰਦੇ ਉਹਦੇ ਹੱਥ ਦਾ ਖਾਣਾ ਤਾਂ ਨਹੀਂ ਖਾਣ ਨੂੰ ਤਿਆਰ, ਹਾਲਾਂਕਿ ਉਹਨੇ ਖਾਣੇ ਨੂੰ ਹੱਥ ਨਹੀਂ ਲਾਇਆ, ਬਾਹਰ ਬਕਸੇ ਨੂੰ ਲਾਇਆ। ਪਰ ਜਦੋਂ ਉਹਨੂੰ ਕੁੱਟਿਆ ਉਦੋਂ ਇਹਨਾਂ ਦੇ ਹੱਥ ਜੇ ਚਪੇੜ ਮਾਰੀ ਆ ਤੇ ਉਹਦੇ ਗਲ ਨੂੰ ਲੱਗੇ ਹੋਣਗੇ, ਘਸੁੰਨ ਮਾਰਿਆ ਤੇ ਸਰੀਰ ਨੂੰ ਟੱਚ ਕੀਤੇ ਹੋਣਗੇ। ਖਾਣੇ ਦਾ ਡੱਬਾ ਉਹ ਬਾਹਰੋਂ ਫੜੇ ਤੇ ਇਹਨਾਂ ਨੂੰ ਪਿੱਟ ਚੜ੍ਹਦੀ ਹੈ, ਪਰ ਜਦੋਂ ਇਹਨੂੰ ਕੁੱਟ ਲੈਂਦੇ ਉਦੋਂ ਕੋਈ ਪਿੱਟ ਨਹੀਂ ਚੜ੍ਹਦੀ। ਉਦੋਂ ਭਾਵੇਂ ਹੱਥ ਇਹਨਾਂ ਦੇ ਨਾਲ ਲੱਗ ਜਾਵੇ ਤੇ ਉਹਦੇ ਨਾਲ ਕੋਈ ਪਿੱਟ ਨਹੀਂ ਚੜ੍ਹਦੀ। ਬਿਲਕੁਲ। ਉਹ ਬੱਚਾ ਰੋਂਦਾ ਰੋਂਦਾ ਪੁਲਿਸ ਕੋਲ ਗਿਆ। ਹੁਣ ਉਹ ਜਿਹੜੇ ਘਰ ਵਾਲੇ ਆ ਜਿਨ੍ਹਾਂ ਨੇ ਕੁੱਟਿਆ, ਉਹਨਾਂ ਦਾ ਜਵਾਬ ਨਹੀਂ ਆ ਰਿਹਾ। ਉਹਨਾਂ ਦੀ ਥਾਂ ਤੇ ਥਾਣੇਦਾਰ ਜਵਾਬ ਦੇ ਰਿਹਾ, ਔਰ ਜਿਹੜਾ ਜਵਾਬ ਮੀਡੀਆ ਨੂੰ ਦੇ ਰਿਹਾ ਇੱਦਾਂ ਜਿਵੇਂ ਥਾਣੇਦਾਰ ਸਫਾਈਆਂ ਦੇ ਰਿਹਾ ਹੁੰਦਾ। ਕਹਿੰਦਾ ਨਹੀਂ ਜੀ ਮੈਂ ਉਹਨਾਂ ਤੋਂ ਪੁੱਛਿਆ, ਉਹ ਕਹਿੰਦੇ ਅਸੀਂ ਇਹਦੇ ਮੂੰਹ ਤੇ ਥੁੱਕਿਆ ਨਹੀਂ, ਉਹ ਅਸਲ 'ਚ ਪਾਨ ਖਾਧਾ ਸੀ। ਗੱਲ ਕਰਨ ਲੱਗੇ ਤੇ ਪਾਨ ਥੁੱਕ ਦੇ ਮੂੰਹ ਤੇ ਜਾ, ਇਹਦੇ ਉੱਤੇ ਥੋੜ੍ਹੇ ਬਹੁਤ ਛਿੱਟੇ ਜਾ ਪਏ। ਜੇ ਉਸ ਮੁੰਡੇ ਨੇ ਪਾਨ ਖਾਧਾ ਹੁੰਦਾ ਤੁਹਾਡੇ ਮੂੰਹ ਤੇ ਛਿੱਟੇ ਜਾ ਪੈਂਦੇ, ਫਿਰ ਕੀ ਬਣਦਾ? ਕੀ ਤੁਸੀਂ ਬਰਾਬਰ ਕਰਨ ਦਾ ਮੌਕਾ ਉਸ ਮੁੰਡੇ ਨੂੰ ਦੇਣਾ ਚਾਹੋਗੇ ਕਿ ਉਹ ਵੀ ਇਹ ਪਾਨ ਖਾ ਕੇ ਥੋੜ੍ਹੇ ਜਿਹੇ ਛਿੱਟੇ ਤੁਹਾਡੇ ਮੂੰਹ ਤੇ ਪਾ ਦੇ? ਫਿਰ ਉਹਨੂੰ ਕੁੱਟਿਆ ਕਿਉਂ? ਕਹਿੰਦੇ ਜੇ ਅਸੀਂ ਆਖਿਆ ਸੀ ਤੇਰੇ ਹੱਥ ਦਾ ਖਾਣਾ ਹੀ ਖਾਣਾ, ਲੈ ਜਾ, ਤੇ ਇਹ ਮੁੜ ਕੇ ਗਾਲਾਂ ਕੱਢਣ ਲੱਗ ਪਿਆ। ਫਿਰ ਇਹਨੂੰ ਕੁੱਟਦਾ। ਗਰੀਬ ਦੇ ਪੁੱਤ ਨੂੰ ਕੁੱਟਣ ਦਾ ਵੀ ਹੱਕ ਹੈ ਇਹਨਾਂ ਨੂੰ। ਔਰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੀ ਰਾਜਧਾਨੀ ਦੇ ਵਿੱਚ, ਉਸ ਰਾਜਧਾਨੀ 'ਚ ਜਿੱਥੇ ਕੋਈ ਸਿਆਸੀ ਲੀਡਰ ਨਹੀਂ ਰਾਜ ਕਰਦਾ, ਇੱਕ ਸੰਤ ਪੁਰਸ਼ ਜੋਗੀ ਮਹਾਰਾਜ ਰਾਜ ਕਰਦੇ ਨੇ।
ਫਿਰ ਅਸੀਂ ਕਹਿੰਦੇ ਦੁਨੀਆ ਦੇ ਵਿੱਚ ਸਾਡੀ ਬਦਨਾਮੀ ਹੁੰਦੀ ਹੈ। ਇਸ ਭਾਰਤ ਦੇ ਖਿਲਾਫ ਆ ਗੱਲਾਂ ਜਦੋਂ ਦੁਨੀਆ ਭਰ 'ਚ ਫੈਲਣਗੀਆਂ, ਬਦਨਾਮੀ ਕਿੱਦਾਂ ਨਾ ਹੋਊਗੀ? ਇਸ ਦੇਸ਼ ਦੀ ਸਰਕਾਰ ਨੂੰ ਔਰ ਸੂਬੇ ਦੀ ਸਰਕਾਰ ਨੂੰ, ਸਰਕਾਰ ਚਲਾਉਣ ਵਾਲੀ ਪਾਰਟੀ ਨੂੰ, ਪਾਰਟੀ ਦੇ ਪਿੱਛੇ ਖੜੇ ਲੋਕਾਂ ਨੂੰ ਜਿਹੜੇ ਬੜੀਆਂ ਸਿਧਾਂਤ ਦੀਆਂ ਡੀਂਗਾਂ ਮਾਰਦੇ ਆ, ਉਹਨਾਂ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਬਦਨਾਮੀ ਅਮਲਾਂ ਕਰਕੇ ਹੁੰਦੀ ਹੈ। ਜੇ ਸਾਡੇ ਅਮਲ ਇਹੋ ਜਿਹੇ ਰਹਿਣਗੇ, ਭਾਰਤ ਦੇ ਵਿੱਚ ਗਰੀਬਾਂ ਨਾਲ ਮੁੜ ਮੁੜ ਕੇ ਇਹੋ ਕੁਝ ਵਾਪਰੇਗਾ, ਤੇ ਫਿਰ ਦੁਨੀਆ ਵਾਲੇ ਸਾਡੇ ਬਾਰੇ ਆ ਗੱਲਾਂ ਕਰਨਗੇ ਜਿਹੜੀਆਂ ਹੁੰਦੀਆਂ ਪਈਆਂ। ਸਾਡੀ ਬਦਨਾਮੀ ਹੋ ਰਹੀ ਆ, ਕਿਸੇ ਨੇ ਨਹੀਂ ਵੇਖਣਾ ਕਿ ਅਸੀਂ ਸ਼ੁਕਰ ਤਾਰੇ ਤੇ ਮੰਗਲ ਤਾਰੇ ਤੇ ਉਪਗ੍ਰਹਿ ਭੇਜਦੇ ਆ। ਉਹਨਾਂ ਇਹ ਵੇਖਣਾ ਥੱਲੇ ਦੁਨੀਆ ਦੇ ਉੱਤੇ ਭਾਰਤ ਦੇ ਅੰਦਰ ਕੀ ਹੋ ਰਿਹਾ, ਉਹ ਵੇਖਣਾ ਬਹੁਤ ਜ਼ਰੂਰੀ ਹੈ। ਜੀ ਪੰਨੂ ਸਾਹਿਬ, ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ। ਖਬਰਾਂ ਵੱਲ ਅੱਗੇ ਵਧਦੇ ਹਾਂ। ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੰਨੂ ਸਾਹਿਬ, ਹੰਗਾਰਾ ਕਿਵੇਂ ਦਾ ਰਿਹਾ, ਇੱਕ ਤਾਂ ਇਹ ਦੱਸਿਓ। ਦੂਸਰੇ ਪਾਸੇ ਸਰਕਾਰ ਨੇ ਸਥਿਤੀ ਸਪਸ਼ਟ ਕਰ ਦਿੱਤੀ ਸੀ ਕਿ ਅਸੀਂ ਸਕੀਮ ਰੱਦ ਨਹੀਂ ਕਰਾਂਗੇ। ਨੌਜਵਾਨਾਂ ਦਾ ਗੁੱਸਾ ਹੋਰ ਵਧਣਾ ਹੀ ਹੈ। ਕਿਸ ਤਰ੍ਹਾਂ ਦੇ ਹਾਲਾਤ ਰਹਿ ਸਕਦੇ ਆ, ਚਾਨਣਾ ਪਾਇਓ। ਦੇਖੋ, ਸਰਕਾਰ ਸਿਰਫ ਇਹ ਨਹੀਂ ਕਿ ਉਹ ਆਪਣੀ ਜਿੱਤ ਤੇ ਇੱਕ ਸਕੀਮ ਲਾਗੂ ਕਰਨੀ, ਉਹਦੇ ਤੋਂ ਬਾਅਦ ਅਗਲੀ ਗੱਲ ਉਹਨਾਂ ਨੇ ਹੋਰ ਬਲਦੀ ਤੇ ਤੇਲ ਪਾਉਣ ਵਾਲੀ ਕਹਿ ਦਿੱਤੀ ਹੈ ਕਿ ਫੌਜ ਤਾਂ ਹੁੰਦੀ ਹੈ ਡਿਸਪਲਿਨਡ ਫੋਰਸ। ਇਹ ਸਾਰਿਆਂ ਦਾ ਹਿਸਾਬ ਕਿਤਾਬ ਵੇਖਿਆ ਜਾ ਰਿਹਾ। ਜਿੰਨੇ ਨੌਜਵਾਨ ਮੁਜ਼ਾਹਰਿਆਂ 'ਚ ਸ਼ਾਮਲ ਹੋਣਗੇ, ਇਹਨਾਂ 'ਚੋਂ ਕਿਸੇ ਨੂੰ ਵੀ ਫੌਜ ਵਿੱਚ ਭਰਤੀ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜੀ। ਤੇ ਜਿਨ੍ਹਾਂ ਨੇ ਭਰਤੀ ਹੋਣਾ, ਉਹਨਾਂ ਤੋਂ ਪਹਿਲਾਂ ਇਸ ਗੱਲ ਦਾ ਐਫੀਡੇਵਿਟ ਲਿਆ ਜਾਵੇਗਾ ਕਿ ਅਸੀਂ ਕਦੇ ਕਿਸੇ ਮੁਜ਼ਾਹਰੇ 'ਚ ਸ਼ਾਮਲ ਨਹੀਂ ਹੋਏ। ਇਹਦਾ ਮਤਲਬ ਕਿ ਕੁੱਟਣਾ ਵੀ ਆ ਤੇ ਰੋਣ ਵੀ ਨਹੀਂ ਦੇਣਾ। ਮੈਂ ਇਸ ਗੱਲ ਦੀ ਕਦੇ ਤਰਫਦਾਰੀ ਨਹੀਂ ਕਰਦਾ ਕਿ ਰੇਲਾਂ ਸਾੜੀਆਂ ਜਾਣ, ਬੱਸਾਂ ਸਾੜੀਆਂ ਜਾਣ। ਇਹ ਰੇਲਾਂ ਤੇ ਬੱਸਾਂ ਸਾਨੂੰ ਕਿਤੇੋਂ ਕਿਸੇ ਨੇ ਗਿਫਟ ਨਹੀਂ ਕੀਤੀਆਂ, ਤੋਹਫੇ 'ਚ ਨਹੀਂ ਮਿਲੀਆਂ। ਸਾਡੇ ਲੋਕਾਂ ਦੀ ਮਿਹਨਤ ਦੀ, ਖੂਨ ਪਸੀਨੇ ਦੀ ਕਮਾਈ 'ਚੋਂ ਆਏ ਟੈਕਸਾਂ ਨਾਲ ਬਣੀਆਂ, ਤੇ ਜਿੰਨੀਆਂ ਸੜ ਗਈਆਂ ਉਨੀਆਂ ਫਿਰ ਬਣਾਉਣੀਆਂ ਪੈਣੀਆਂ। ਖਰਚਾ ਸਾਡਾ ਹੀ ਹੋਣਾ। ਪਰ ਸਵਾਲ ਇਹ ਆ ਕਿ ਬੱਚੇ ਨੇ, ਘਰ ਦੇ ਵਿੱਚ ਵੀ ਮਾਂ-ਬਾਪ ਦੀ ਕਿਸੇ ਗੱਲ ਤੋਂ ਬੱਚਾ ਨਾਰਾਜ਼ ਹੋ ਜਾਵੇ ਤੇ ਗੁੱਸੇ 'ਚ ਗਲਾਸ ਭੰਨ ਦਿੰਦਾ, ਕਈਆਂ ਥਾਵਾਂ ਤੇ ਟੀਵੀ ਵੀ ਤੋੜ ਦਿੰਦੇ। ਫਿਰ ਮਾਂ-ਬਾਪ ਉਹ ਬੱਚੇ ਨੂੰ ਇੰਨੀ ਗੱਲ ਤੇ ਘਰੋਂ ਤਾਂ ਨਹੀਂ ਕੱਢ ਦਿੰਦੇ, ਉਹਨੂੰ ਕੋਠੜੀ 'ਚ ਤਾਂ ਨਹੀਂ ਤਾੜ ਦਿੰਦੇ, ਉਹਦੀ ਗੱਲ 'ਚ ਰੱਸਾ ਪਾ ਕੇ ਤਾਂ ਨਹੀਂ ਟੰਗ ਦਿੰਦੇ ਛੱਤ ਨਾਲ। ਬਰਦਾਸ਼ਤ ਕਰਨਾ ਪੈਂਦਾ। ਇਹ ਬੱਚੇ ਨੇ, ਇਹਨਾਂ ਦੀਆਂ ਕੁਝ ਗੱਲਾਂ ਬਰਦਾਸ਼ਤ ਕਰਨੀਆਂ ਪੈਣਗੀਆਂ। ਉਹਨਾਂ ਦੇ ਮਨ 'ਚ ਰੰਜ ਹੈ। ਜਿਹੜੇ 3-3 4 ਸਾਲਾਂ ਤੋਂ ਤਿਆਰੀ ਕਰਦੇ ਪਏ ਸੀ ਕਿ ਫੌਜ ਦੀ ਭਰਤੀ ਇਸ ਸਾਲ ਨਹੀਂ ਖੁੱਲ੍ਹੀ, ਅਗਲੇ ਨਹੀਂ ਖੁੱਲ੍ਹੀ, ਅਗਲੇ ਨਹੀਂ ਖੁੱਲ੍ਹੀ, ਚੌਥੇ ਸਾਲ ਹੀ ਖੁੱਲ੍ਹ ਜੂ, ਤੇ ਹੁਣ ਉਹਨਾਂ ਨੂੰ ਕਹਿ ਤਾ ਕਿ ਭਰਤੀ ਤਾਂ ਅਸੀਂ 21 ਸਾਲ ਦੀ ਉਮਰ ਤੱਕ ਰੱਖਣੀ। ਫਿਰ ਕਹਿ ਤਾ 23 ਤੱਕ। ਜਿਹੜੇ 23 ਤੋਂ 1 ਮਹੀਨਾ ਵੀ ਉੱਤੇ ਹੋ ਗਏ ਉਹ ਤਾਂ ਆਉਣੇ ਨਹੀਂ। ਉਹ ਕੀ ਕਰਨ? ਜਿਨ੍ਹਾਂ ਨੇ ਕੋਚਿੰਗ ਤੇ ਖਰਚਾ ਵੀ ਕੀਤਾ ਤੇ ਸਮਾਂ ਵੀ ਗਵਾਇਆ, ਉਹਨਾਂ ਨੂੰ ਅੱਖਾਂ ਅੱਗੇ ਹਨੇਰਾ ਦਿਸਦਾ। ਇਹ ਸਰਕਾਰ ਮੁੜ-ਮੁੜ ਕਹਿੰਦੀ ਹੈ ਹਿੰਦੁਸਤਾਨ ਦਾ ਭਵਿੱਖ ਬੜਾ ਰੋਸ਼ਨ ਹੈ, ਔਰ ਮੈਨੂੰ ਜਿੰਨੀ ਵਾਰ ਇਹ ਸਵਾਲ ਪੁੱਛਿਆ ਗਿਆ ਕਿ ਤੈਨੂੰ ਹਿੰਦੁਸਤਾਨ ਦਾ ਭਵਿੱਖ ਰੋਸ਼ਨ ਨਹੀਂ ਜਾਪਦਾ, ਮੈਂ ਉਨੀ ਵਾਰ ਆਖਿਆ ਕਿ ਹਿੰਦੁਸਤਾਨ ਦਾ ਭਵਿੱਖ ਇੰਨਾ ਰੋਸ਼ਨ ਹੈ ਜਿੰਨਾ ਹਾਕਮ ਕਹਿੰਦੇ ਉਹਨਾਂ ਨਹੀਂ, ਉਹ ਤੋਂ ਕਈ ਗੁਣਾ ਵੱਧ ਰੋਸ਼ਨ ਹੈ। ਔਰ ਇੰਨਾ ਰੋਸ਼ਨ ਹੈ ਕਿ ਅੱਖਾਂ ਝੁੰਧਾਈਆਂ ਜਾਂਦੀਆਂ, ਦਿਸਦਾ ਕੱਖ ਨਹੀਂ, ਸਿਰਫ ਰੋਸ਼ਨ ਹੀ ਰੋਸ਼ਨ ਜੀ। ਜਿਹੜਾ ਹਿੰਦੁਸਤਾਨ ਦਾ ਭਵਿੱਖ ਇੰਨਾ ਰੋਸ਼ਨ ਹੈ, ਉਹਦੇ 'ਚ ਜਵਾਨੀ ਸੜਕਾਂ 'ਤੇ ਨਾ ਆਵੇ ਤਾਂ ਕੀ ਕਰੇਗੀ? ਉਹਨਾਂ ਦੇ ਰੰਜ ਨੂੰ ਸਮਝਣਾ ਚਾਹੀਦਾ, ਉਹਨਾਂ ਦੇ ਰੋਸ ਨੂੰ ਸਮਝਣਾ ਚਾਹੀਦਾ। ਕੀ ਰੋਸ ਹੋਵੇ ਤੇ ਸਿਆਸੀ ਲੀਡਰ ਨਹੀਂ ਜਾ ਕੇ ਮੁਜ਼ਾਹਰੇ ਕਰਦੇ? ਰਾਹੁਲ ਗਾਂਧੀ ਦੀਆਂ ਪੇਸ਼ੀਆਂ ਪੈਣ ਡੀਆਂ ਤੇ ਉਹਦੀ ਪਾਰਟੀ ਨਹੀਂ ਜਾ ਕੇ ਕਰਦੀ ਪਈ? ਇਹਨਾਂ ਨੇ ਜਾ ਕੇ ਟਾਇਰ ਸਾਡੇ ਦਫ਼ਤਰਾਂ ਅੱਗੇ, ਕੀ ਬਾਕੀ ਪਾਰਟੀਆਂ ਨਹੀਂ ਕਰਦੀਆਂ? ਇਹ ਨੌਜਵਾਨ ਜਿਨ੍ਹਾਂ ਨੂੰ ਇਹ ਜਾਪਦਾ ਕਿ ਮਾਂ-ਬਾਪ ਨੇ ਪੜ੍ਹਾਇਆ ਸੀ, ਇੰਨੀ ਸਾਡੇ 'ਤੇ ਖੇਚਲ ਕੀਤੀ ਸੀ, ਅਸੀਂ ਮਾਂ-ਬਾਪ ਦੇ ਮੱਥੇ ਲੱਗਣ ਜੋਗੇ ਵੀ ਨਹੀਂ ਰਹਿ ਗਏ। ਮੁਆਫ ਕਰਨਾ, ਮੈਨੂੰ ਇਹ ਗੱਲ ਅਜੇ ਤੱਕ ਭੁੱਲਦੀ ਨਹੀਂ ਕਿ ਮੇਰੇ ਕੋਲ ਇੱਕ ਮੁੰਡਾ ਆਇਆ ਸੀ ਕਈ ਸਾਲ ਪਹਿਲਾਂ। ਉਹਨੇ ਕਿਹਾ ਮੈਂ PhD ਕੀਤੀ ਹੈ ਤੇ ਵਾਈਫ ਨੇ MPhil ਕੀਤੀ ਹੈ। ਨੌਕਰੀ ਨਾ ਉਹਨੂੰ ਮਿਲੀ ਨਾ ਮੈਨੂੰ ਮਿਲੀ। ਹਾਰ ਕੇ ਇੱਕ ਪ੍ਰਾਈਵੇਟ ਕਾਲਜ ਵਿੱਚ 8000 ਰੁਪਏ ਮਹੀਨੇ ਤੇ ਨੌਕਰੀ ਕੀਤੀ, ਤੇ ਉਹ 'ਚੋਂ ਕਹਿੰਦਾ ਉਹ 'ਚੋਂ 4000 ਰੁਪਇਆ ਜਿਹੜਾ ਉਹ ਆਉਣ ਜਾਣ ਤੇ ਬੱਸਾਂ ਤੇ ਖਰਚ ਹੋ ਜਾਂਦਾ। ਤੇ ਮੇਰਾ ਬਾਪੂ ਸਵੇਰੇ ਉੱਠ ਕੇ ਡਾਂਗ ਉਹਦੇ ਹੱਥ 'ਚ ਫੜੀ ਹੁੰਦੀ, ਕਹਿੰਦਾ ਮੱਝਾਂ ਦਾ ਗੋਹਾ ਚੁੱਕ ਜਾ ਕੇ, ਤੇ ਮੈਂ ਚੁੱਪ ਕਰਕੇ ਤੁਰ ਪੈਂਦਾ। ਤੇ ਨਾਲ ਮੱਝਾਂ ਨੂੰ ਕਹਿੰਦਾ ਤੁਸੀਂ ਬੜੀਆਂ ਕਰਮਾਂ ਵਾਲੀਆਂ ਜੇ, ਤੁਹਾਡਾ ਗੋਹਾ ਚੁੱਕਣ ਵਾਸਤੇ ਵੀ ਉਹ ਮੁੰਡਾ ਰੱਖਿਆ ਜਿਹੜਾ PhD ਪਾਸ ਹੈ ਜੀ। ਕਹਿੰਦਾ ਮੈਂ ਚੁੱਪ ਕੀਤਾ ਰਿਹਾ, ਘਰ ਵਾਲੀ ਮੇਰੀ MPhil ਕੀਤੀ, ਉਹ ਰੋਈ ਜਾਂਦੀ ਹੈ। ਜਿਨ੍ਹਾਂ ਦੇ ਘਰਾਂ 'ਚ ਆਹ ਹਾਲਤ ਬਣੀ ਪਈ ਹੈ, ਉਹ ਜਵਾਨੀ ਦੀਆਂ ਭਾਵਨਾਵਾਂ ਨੂੰ ਸਮਝੇ ਬਗੈਰ
ਹਵਾਈ ਗੱਲਾਂ ਕਰਨੀਆਂ ਉੱਤੋਂ ਉੱਤੋਂ, ਅਸੀਂ ਆਹ ਕਰਤਾ ਆਹ ਕਰਤਾ ਆਹ ਕਰਤਾ। ਤੁਸੀਂ ਇਹ ਨਹੀਂ ਕੀਤਾ ਆਹ ਕੀਤਾ ਆਹ ਕੀਤਾ, ਜੋ ਕੁਝ ਕੀਤਾ ਆਮ ਨੌਜਵਾਨ ਦੀ ਬੋਲੀ 'ਚ ਤੁਸੀਂ ਸਵਾਹ ਕਰੀ ਜਾਂਦੇ ਹੋ। ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝੋ। ਹਾਲਾਤ ਭਾਵਨਾਵਾਂ ਤੋਂ ਬਗੈਰ ਨਹੀਂ ਚੱਲ ਸਕਦੇ। ਲੋਕਤੰਤਰ ਹੈ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਬਗੈਰ ਦੇਸ਼ ਚਲਾਓਗੇ, ਸੰਭਾਲਿਆ ਨਹੀਂ ਜਾਣਾ। ਹਵਾਈ ਗੱਲਾਂ ਵਿੱਚ ਤਾਂ ਪੰਨੂ ਸਾਹਿਬ ਦੇਸ਼ ਦੀ ਅਰਥ ਵਿਵਸਥਾ ਵੀ ਬਹੁਤ ਉੱਪਰ ਤੱਕ ਲੈ ਗਿਆ। ਬਾਅਦ 'ਚ ਵਿਦੇਸ਼ਾਂ ਤੋਂ ਖਬਰਾਂ ਆਉਂਦੀਆਂ ਕਿ ਅਰਥ ਵਿਵਸਥਾ ਜੇ ਉੱਥੇ ਹੀ ਖੜੀ ਹੈ, ਬਸ ਗੱਲਾਂ 'ਚ ਅੱਗੇ ਵਿਕਾਸ ਹੋ ਰਿਹਾ ਹੈ। ਦੂਸਰੇ ਪਾਸੇ ਪੰਨੂ ਸਾਹਿਬ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਮਨੀ ਚੋਣ ਹੋਣੀ ਹੈ। ਚੋਣ ਪ੍ਰਚਾਰ ਆਖਰੀ ਪੜਾਅ 'ਤੇ ਚੱਲਦਾ ਪਿਆ ਹੈ। ਕਿਵੇਂ ਦੇਖਦੇ ਆ ਰਾਜਨੀਤਿਕ ਪਾਰਟੀਆਂ ਨੂੰ? ਕੇਜਰੀਵਾਲ ਸਾਹਿਬ ਨੇ ਰੋਡ ਸ਼ੋਅ ਕਰਨਾ ਹੈ, ਦੂਸਰੇ ਪਾਸੇ ਸਿਆਸੀ ਪਾਰਟੀਆਂ ਕੋਈ ਸਰਗਰਮ ਹੈ, ਕੋਈ ਬਹੁਤੀਆਂ ਸਰਗਰਮੀਆਂ ਦਿਖਾਈ ਨਹੀਂ ਦੇ ਰਹੀਆਂ। ਤੁਸੀਂ ਕਿਵੇਂ ਦੇਖਦੇ ਆ? ਲੋਕ ਚੁੱਪ ਕੀਤੇ ਆ। ਉਹ ਜਿਹੜਾ ਕੋਈ ਆਉਂਦਾ ਉਸੇ ਨੂੰ ਕਹਿੰਦਾ ਠੀਕ ਹੈ ਜੀ, ਜੀਆਂ ਨੂੰ ਵੋਟ ਬਾਰੇ ਹਾਂ ਨਹੀਂ ਕਰਦੇ, ਨਾ ਨਹੀਂ ਕਰਦੇ, ਉਹਨਾਂ ਨੂੰ ਕੀ ਫਰਕ ਪੈਂਦਾ ਜੀ। ਜਿਹੜਾ ਜੀ ਆਵੇ ਰਾਜੀ ਜਾਵੇ, ਮੱਥੇ ਵੱਟ ਕਾਹਨੂੰ ਪਾਉਣਾ? ਅੱਜ ਤੁਸੀਂ ਕਿਸੇ ਨੂੰ ਬੁਰਾ ਕਹਿ ਦਿਓ, ਕੱਲ੍ਹ ਨੂੰ ਉਹ ਮਨ 'ਚ ਕੌੜ ਰੱਖੇ ਤੇ ਕਿਸੇ ਗੱਲ ਵਾਸਤੇ ਤੁਹਾਡੇ ਗਲ ਪਵੇ, ਤੁਹਾਡਾ ਕੋਈ ਨੁਕਸਾਨ ਕਰੇ, ਕੀ ਲੋੜ ਹੈ? ਇੱਥੇ ਥੋੜ੍ਹਾ ਜਿਹਾ ਪਾਸਾ ਵੱਟਿਆ ਹੀ ਚੰਗਾ। ਕਿਸੇ ਨੇ ਨੌਜਵਾਨ ਨੂੰ ਸਮਝਾਇਆ ਸੀ, ਜਰਾ ਖਿਆਲ ਰੱਖੀ ਅੱਜ ਦੇ ਯੁੱਗ 'ਚ ਸਾਹਿਬ ਦੇ ਅੱਗੋਂ ਦੀ ਨਹੀਂ ਲੰਘੀਦਾ, ਘੋੜੇ ਦੇ ਪਿੱਛੋਂ ਦੀ ਲੰਘੀਦਾ। ਘੋੜੇ ਦੇ ਪਿੱਛੋਂ ਲੰਘੋ ਤੇ ਪਿੱਛੇ ਦਲੱਤਾ ਮਾਰ ਸਕਦਾ, ਸਾਹਿਬ ਦੇ ਅੱਗੋਂ ਦੀ ਲੰਘੋ ਤੇ ਪਤਾ ਨਹੀਂ ਉਹ ਕਿਹੜੀ ਗੱਲ ਤੋਂ ਤੁਹਾਡੇ ਤੋਂ ਔਖਾ ਹੋ ਜੇ। ਤੇ ਮੁੰਡਾ ਅੱਗੋਂ ਕਹਿੰਦਾ ਜੀ ਜੇ ਸਾਹਿਬ ਹੀ ਘੋੜੇ ਦੇ ਉੱਤੇ ਚੜ੍ਹਿਆ ਹੋਵੇ ਤੇ ਫਿਰ ਮੈਂ ਅੱਗੋਂ ਦੀ ਲੰਘਾਂ ਕਿ ਮੈਂ ਪਿੱਛੋਂ ਦੀ ਲੰਘਾਂ? ਜੀ। ਇਸੇ ਤਰ੍ਹਾਂ ਇਸ ਵੇਲੇ ਜਿੰਨੇ ਲੀਡਰ ਨੇ ਜਿਹੜੇ ਰਾਜ ਕਰਦੇ, ਉਹ ਵੀ ਜਿਹੜੇ ਰਾਜ ਕਰ ਚੁੱਕੇ, ਉਹ ਵੀ ਜਿਨ੍ਹਾਂ ਨੂੰ ਰਾਜ ਦੀ ਮਾੜੀ ਮੋਟੀ ਝਾਕ ਹੈ ਵੀ ਕੱਲ੍ਹ ਨੂੰ ਕਿਤੇ 5-7 10 ਸਾਲ ਬਾਅਦ ਪੈਰ ਥੱਲੇ ਬਟੇਰਾ ਆ ਸਕਦਾ, ਉਹ ਵੀ। ਇੱਥੇ ਤੇ ਕੋਈ ਪੰਚੀ ਸਰਪੰਚੀ ਤੱਕ ਜਾਂਦਾ, ਉਹ ਵੀ ਫੰਨੇ ਖਾਂ ਬਣ ਜਾਂਦਾ। ਜਿਹੜਾ ਕੋਈ ਮਾੜਾ ਮੋਟਾ MLA ਵਗੈਰਾ ਬਣ ਜਾਂਦਾ, ਕੌਂਸਲਰ ਬਣ ਜਾਂਦਾ, ਚੇਅਰਮੈਨ ਬਣ ਜਾਂਦਾ, ਕੋਈ ਮੇਅਰ ਪ੍ਰਧਾਨ ਵਗੈਰਾ ਬਣ ਜਾਂਦਾ, ਉਹ ਫਿਰ ਆਪਣੇ ਆਪ ਨੂੰ ਹੋਰ ਵੱਡਾ ਫੰਨੇ ਖਾਂ ਸਮਝਦਾ। ਤੇ ਇਹੋ ਜਿਹੇ ਲੋਕਾਂ ਦੇ ਬਾਰੇ ਜਦੋਂ ਪਤਾ ਵੀ ਇਹਨਾਂ ਦੀ ਮਾਨਸਿਕਤਾ ਆ ਹੈ, ਆਮ ਆਦਮੀ ਉਹਨਾਂ ਨੂੰ ਵੋਟਾਂ ਦੀ ਹਾਂ ਜਾਂ ਨਾ ਕਿਉਂ ਕਰੂਗਾ? ਉਹਨਾਂ ਨੂੰ ਵੇਖੂਗਾ ਉਹ ਆਪਣੇ ਤੌਰ ਦੇ ਉੱਤੇ ਵੀ ਕਿਹਦਾ ਭਲਾ ਕਿਹਦਾ ਨਹੀਂ, ਕਿਹਨੇ ਚੰਗਾ ਕੀਤਾ ਕਿਹਨੇ ਮਾੜਾ ਕੀਤਾ। ਕੁਝ ਗੱਲਾਂ ਇਸ ਚੋਣ 'ਚ ਫਿਰ ਮੁੱਦਾ ਬਣੀਆਂ ਪਈਆਂ ਨੇ। ਮਿਸਾਲ ਦੇ ਤੌਰ 'ਤੇ ਲਾਅ ਐਂਡ ਆਰਡਰ ਦਾ ਸਵਾਲ ਹੈ, ਜਿਹੜਾ ਉੱਠਦਾ ਉਹ ਆਖੀ ਜਾਂਦਾ ਇੱਥੇ ਤਾਂ ਜੀ ਲਾਅ ਐਂਡ ਆਰਡਰ ਬਹੁਤ ਖਰਾਬ ਹੋ ਗਿਆ। ਜਿਹੜਾ ਕੋਈ ਪਤੀ ਪਤਨੀ ਨੂੰ ਮਾਰ ਦਿੰਦਾ, ਕਿ ਪਿਛਲੇ 50 ਸਾਲਾਂ 'ਚ ਕਿਸੇ ਪਤੀ ਨੇ ਪਤਨੀ ਨੂੰ ਨਹੀਂ ਸੀ ਮਾਰਿਆ। ਦੋ ਗੁਆਂਢੀ ਆਪੋ 'ਚ ਲੜ ਕੇ ਇੱਕ ਦੂਸਰੇ ਨੂੰ ਕਤਲ ਕਰ ਦਿੰਦੇ ਆ, ਕਿ ਪਹਿਲਾਂ ਇਹ ਕਤਲ ਨਹੀਂ ਸਨ ਹੁੰਦੇ। ਪਰਸੋਂ ਰਾਤੀ ਅੰਮ੍ਰਿਤਸਰ ਦੇ ਵਿੱਚ ਪ੍ਰਾਪਰਟੀ ਡੀਲਰਾਂ ਨੇ ਪਾਰਟੀ ਕੀਤੀ, ਪਾਰਟੀ ਕਰਦਿਆਂ ਖਾਂਦੇ ਤੇ ਬਾਅਦ ਵਿੱਚ ਪੀਂਦੇ ਆਪੋ 'ਚ ਲੜ ਪਏ। ਪੀਤੀ 'ਚ ਹੋਸ਼ ਕੋਈ ਨਹੀਂ, ਇੱਕ ਜਣਾ ਗਿਆ ਹਥਿਆਰ ਲਿਆ, ਉਹਨੇ ਆ ਕੇ ਗੋਲੀਆਂ ਚਲਾਤੀਆਂ, ਬੰਦਾ ਮਾਰਤਾ। ਅੱਗੇ ਇਹ ਗੱਲਾਂ ਨਹੀਂ ਸੀ ਹੁੰਦੀਆਂ, ਉਹ ਤਾਂ ਹੁਣ ਵੀ ਹੁੰਦੀਆਂ। ਅੱਗੇ ਗੈਂਗਵਾਰ ਕਦੇ ਨਹੀਂ ਸੀ ਹੁੰਦੀ, ਉਹ ਅੱਗੇ ਵੀ ਹੁੰਦੀ ਸੀ। ਉਹ ਜਿਹੜਾ ਕਾਲਵਾਂ ਵਾਲਾ ਸੀ ਮੁੰਡਾ, ਉਹਨੂੰ ਇੱਥੇ ਜਲੰਧਰ ਤੇ ਫਗਵਾੜੇ ਦੇ ਵਿਚਾਲੇ ਘੇਰ ਕੇ ਪੁਲਿਸ ਦੀ ਗੱਡੀ ਰੋਕ ਕੇ 4 ਫਿਰੋਂ ਘੇਰਾ ਪਾ ਕੇ ਬਾਹਰ ਕੱਢ ਕੇ ਤੇ ਗੋਲੀਆਂ ਮਾਰੀਆਂ, ਲਾਸ਼ ਡਿੱਗੀ ਦੇ ਉੱਤੇ। ਉਹ ਘੇਰੇ ਘੇਰੇ ਨੱਚਦੇ ਸਨ ਤੇ ਪੁਲਿਸ ਵਾਲਿਆਂ ਦੇ ਹੱਥ 'ਚ ਆਟੋਮੈਟਿਕ ਹਥਿਆਰ ਫੜੇ ਸੀ, ਨੀਵੀਆਂ ਪਾ ਕੇ ਐਂ ਖਲੋਤੇ ਸਨ ਜਿਵੇਂ ਕਦੇ ਬੁੱਤ ਲੱਗੇ ਹੋਣ। ਇਹ ਗੈਂਗਵਾਰ ਪਹਿਲਾਂ ਨਹੀਂ ਸੀ ਹੁੰਦੀ, ਉਹ ਹੁਣ ਵੀ ਹੁੰਦੀ ਹੈ। ਸਵਾਲ ਇਹ ਹੈ ਕਿ ਅੱਗੋਂ ਤਫਤੀਸ਼ ਕਿੰਨੀ ਕੁ ਤੇਜ਼ ਹੋ ਰਹੀ ਹੈ, ਇੱਕ ਇੱਕ ਕਰਕੇ, ਕਿਉਂਕਿ ਇੱਕ ਰਾਜ ਦੀ ਇਕੱਲੇ ਪੰਜਾਬ ਦੀ ਪੁਲਿਸ ਨਹੀਂ, ਪੰਜਾਬ ਦੀ ਪੁਲਿਸ ਹੁੰਦੀ ਅਸੀਂ ਕਹਿਣਾ ਸੀ ਨਿਕੰਮੀ ਹੈ। ਦਿੱਲੀ, ਮਹਾਰਾਸ਼ਟਰ, ਗੁਜਰਾਤ ਦੀ ਪੁਲਿਸ ਵੀ ਲੱਗੀ। ਗੁਜਰਾਤ ਦੀ ਮੈਂ ਇਸ ਕਰਕੇ ਆਖਿਆ ਕਿ ਅੱਜ ਗੁਜਰਾਤ ਦੇ ਵਿੱਚੋਂ ਉਹ ਦੋਵੇਂ ਸ਼ਾਰਪ ਸ਼ੂਟਰ ਫੜੇ ਗਏ ਆ, ਜਿਨ੍ਹਾਂ ਨੂੰ ਕਹਿੰਦੇ ਆ ਕਿ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ। ਜੀ ਰਿਪੋਰਟ ਆ ਗਈ, ਉਹ ਵੀ ਰੈਕੀ ਕਰਨ ਵਾਲਾ ਫੜਿਆ ਗਿਆ, ਗੱਡੀਆਂ ਦੇਣ ਵਾਲੇ ਫੜੇ ਗਏ, ਗੱਡੀਆਂ ਪਹੁੰਚਾਉਣ ਵਾਲੇ ਫੜੇ ਗਏ, ਤੇਲ ਪਵਾਉਣ ਵਾਲੇ ਫੜੇ ਗਏ, ਹਥਿਆਰ ਪਹੁੰਚਾਉਣ ਵਾਲੇ ਫੜੇ ਗਏ। ਗੱਲ ਤਾਂ ਪਹੁੰਚ ਗਈ। ਇਹ ਵੀ ਗੱਲ ਆ ਗਈ ਹੈ ਕਿ ਸਿੱਧੂ ਮੂਸੇਵਾਲੇ ਤੇ ਉਹ ਅਸੈਂਬਲੀ ਚੋਣਾਂ 'ਚ ਮਾਰਨ ਨੂੰ ਫਿਰਦੇ ਸੀ, ਉਦੋਂ ਬਚ ਗਿਆ, ਹੁਣ ਘੇਰ ਕੇ ਮਾਰਤਾ ਦੋ ਲੱਭ ਕੇ। ਦੂਜਾ ਮੁੱਦਾ ਇਸ ਚੋਣ 'ਚ ਇਹ ਬਣਿਆ, ਸਰਕਾਰ ਬਣੀ ਨੂੰ 3 ਮਹੀਨੇ ਹੋ ਗਏ, ਇਹਨੇ ਕੀਤਾ ਕੀ ਹੈ? ਪਿਛਲਿਆਂ ਨੇ ਕਿਹੜਾ ਕੱਦੂ 'ਚ ਤੀਰ ਮਾਰਤਾ ਸੀ? ਮੈਂ ਕੱਲ੍ਹ ਮੇਰੇ ਕੋਲ ਇੱਕ ਮਿੱਤਰ ਆਏ ਸਨ ਮਿਲਣ ਵਾਸਤੇ, ਸੀਨੀਅਰ ਅਫਸਰ ਹਨ। ਉਹਨਾਂ ਮੈਂ ਆਖਿਆ ਵੀ ਸਰਕਾਰਾਂ ਦੇ ਕਈ ਕੰਮ ਇਹੋ ਜਿਹੇ ਆ, ਤੁਸੀਂ ਦੱਸੋ
ਵੀ ਤੁਹਾਨੂੰ ਪਤਾ ਕਈ ਪੁਰਾਣੇ ਨੀਂਹ ਪੱਥਰ ਰੱਖੇ ਆ ਤੇ ਉਹਨਾਂ ਤੇ ਕੰਮ ਨਹੀਂ ਆ। ਕਹਿੰਦਾ ਹਾਂ। ਮੈਂ ਕਿਹਾ ਕਿੰਨੇ ਕੁ ਪੁਰਾਣੇ ਵੇਖੇ ਆ? ਕਹਿੰਦਾ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਜਿਹੜੀ ਸੀ 2002 ਵਾਲੀ, ਉਹਦੇ ਵੇਲੇ ਤੱਕ ਦੇ ਤਾਂ ਵੇਖੇ ਆ। ਸ਼ਾਇਦ ਇੱਕ ਅੱਧਾ ਉਹ ਤੋਂ ਪਿਛਲਿਆਂ ਦਾ ਬਾਦਲ ਸਾਹਿਬ ਦਾ ਵੀ 1997 ਤੋਂ 2002 ਵਾਲਾ ਵੇਖਿਆ ਹੋ। ਮੈਂ ਕਿਹਾ ਮੈਂ ਵੱਧ ਵੇਖੇ। ਬਠਿੰਡੇ ਜ਼ਿਲ੍ਹੇ 'ਚ ਅਬਲੂ ਪਿੰਡ ਦੇ ਵਿੱਚ ਇੱਕ ਨੀਂਹ ਪੱਥਰ ਲੱਗਾ 1975 'ਚ। ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਸੀ, ਉਹ ਲਾ ਗਏ ਕਿੱਥੇ ਕਾਲਜ ਬਣੇਗਾ। ਗਿਆਨੀ ਜੀ ਤਾਂ ਮੁੜ ਕੇ 1 ਸਾਲ ਬਾਅਦ ਉਹਨਾਂ ਦੀ ਸਰਕਾਰ ਗਈ, ਫਿਰ ਨਵੀਂ ਸਰਕਾਰ ਆਉਂਦੀ ਬਣਾ ਦਿੰਦੀ, ਨਹੀਂ ਬਣਾਇਆ। ਗਿਆਨੀ ਜੀ ਹੋਮ ਮਿਨਿਸਟਰ ਬਣ ਗਏ ਸੈਂਟਰ ਦੇ। ਦਰਬਾਰਾ ਸਿੰਘ ਦੀ ਇੱਥੇ ਸਰਕਾਰ ਸੀ, ਉਹ ਬਣਾ ਦਿੰਦੀ, ਉਹਨਾਂ ਨਹੀਂ ਬਣਾਇਆ। ਉਦੋਂ ਬਾਅਦ ਗਵਰਨਰ ਵੀ ਰਹੇ, ਸਰਜੀਤ ਸਿੰਘ ਬਰਨਾਲਾ ਵੀ ਆਇਆ, ਬਿਆਨ ਸਿੰਘ ਦੀ ਸਰਕਾਰ ਵੀ ਆਈ, ਚਰਨ ਸਿੰਘ ਬਰਾੜ ਵੀ, ਬੀਬੀ ਰਜਿੰਦਰ ਕੌਰ ਭੱਠਲ ਵੀ। 3 ਸਰਕਾਰਾਂ ਫਿਰ ਬਾਦਲ ਸਾਹਿਬ ਦੀਆਂ ਆ ਗਈਆਂ, 2 ਕੈਪਟਨ ਅਮਰਿੰਦਰ ਸਿੰਘ ਦੀਆਂ ਤੇ ਇੱਕ ਚਲਾਮੀ ਜੀ ਨਦੀ ਕਿਨਾਰੇ ਰੁਖੜਾ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੀ ਆ ਗਈ। ਇੰਨਿਆਂ ਚੋਂ ਕਿਸੇ ਨੇ ਨਹੀਂ ਬਣਾਇਆ। ਬਠਿੰਡੇ ਜ਼ਿਲ੍ਹੇ ਦੇ ਅਬਲੂ ਪਿੰਡ ਦੇ ਵਿੱਚ ਅਜੇ ਵੀ ਉਹ ਨੀਂਹ ਪੱਥਰ ਖੜਾ ਜਿਹੜਾ 1975 'ਚ ਲਾਇਆ ਗਿਆ ਸੀ। 47 ਸਾਲ ਹੋ ਗਏ। ਜਿੱਥੇ 47 ਸਾਲ ਪਹਿਲਾਂ ਦਾ ਲੱਗਾ ਪੱਥਰ, ਅਜੇ ਤੱਕ ਕੰਮ ਡਿੱਗਦਾ। ਇੱਥੇ 3 ਮਹੀਨਿਆਂ ਦੇ ਕੰਮ 'ਚ ਹਰ ਕੋਈ ਕਹਿੰਦਾ ਜੀ ਕੀ ਕਰਤਾ? ਜਿਹਦੀ ਸਰਕਾਰ ਉਹ ਦਵੇ ਜਵਾਬ ਕੀ ਕਰਤਾ। ਉਹ ਆਖੂਗਾ ਕੁਛ ਕੀਤਾ ਕੁਛ ਕਰਨਾ। ਤੁਸੀਂ ਕੀ ਕੀਤਾ? ਉਹ ਕਹਿਣਗੇ ਅਸੀਂ ਵੀ ਕੁਛ ਕੀਤਾ ਕੁਛ ਕਰਨਾ। ਜਿਹਨੂੰ ਪੁੱਛੋਗੇ ਉਹ ਆਖੂ ਕੁਛ ਕੀਤਾ ਕੁਛ ਕਰਨਾ। ਹਰ ਕੋਈ ਆਖੇਗਾ ਮੈਂ ਤਾਂ ਕਰਨਾ ਚਾਹੁੰਦਾ, ਮੈਨੂੰ ਅਗਲਿਆਂ ਕਰਨ ਨਹੀਂ ਦਿੱਤਾ। ਇਹ ਭਗਵੰਤ ਮਾਨ ਵੀ ਆਖ ਦੇਗਾ। ਜਦੋਂ ਪਤਾ ਵੀ ਇਹਨਾਂ ਗੱਲਾਂ ਨਾਲ ਸਰ ਸਕਦਾ ਤੇ ਫਿਰ ਇੱਕੋ ਸਰਕਾਰ ਤੇ 3 ਮਹੀਨੇ ਵਾਲੀ ਦੇ ਉੱਤੇ ਰੋਹਬ ਕਿਉਂ ਪਊਗਾ? ਜਿਹੜੇ 25 ਸਾਲ ਰਾਜ ਕਰ ਗਏ ਉਹਨਾਂ ਨੂੰ ਕੋਈ ਕਿਉਂ ਨਾ ਪੁੱਛੂਗਾ? ਜਿਹੜੇ 10 ਸਾਲ ਰਾਜ ਕਰ ਗਏ ਉਹਨਾਂ ਨੂੰ ਕੋਈ ਕਿਉਂ ਨਾ ਪੁੱਛੂਗਾ? ਇਹ ਇਸ ਚੋਣ ਦੇ ਵਿੱਚ ਕਈ ਮੁੱਦੇ ਚੱਲਦੇ ਪਏ ਨੇ। ਉਹਨਾਂ ਸਾਰੇ ਮੁੱਦਿਆਂ 'ਚ ਵਿਕਾਸ ਦਾ ਮੁੱਦਾ ਵੀ ਆ, ਲਾਅ ਐਂਡ ਆਰਡਰ ਦਾ ਵੀ ਆ, ਕਈ ਹੋਰ ਮੁੱਦੇ ਵੀ ਨੇ। ਮੈਂ ਸਮਝਦਾ ਕਿ ਇਹਦੇ 'ਚ ਕਿਸੇ ਨੂੰ ਵੀ ਕਿਸੇ ਪਾਸਿਓਂ ਦਖਲ ਦੇਣ ਦੀ ਲੋੜ ਨਹੀਂ। ਵੋਟਰ ਬਥੇਰੇ ਸਿਆਣੇ ਆ, ਮੂੰਹ 'ਚ ਘੁੰਗਣੀਆਂ ਪਾਈਆਂ, ਬੋਲਦੇ ਹੈ ਨਹੀਂ। ਜਿੱਦਣ ਮੋਹਰ ਲਾਉਣੀ ਹੋਈ, ਕੜਾਚ ਮੋਹਰ ਲਾਉਣੀ ਹੈ ਤਾਂ ਬਾਹਰ ਆ ਜਾਣਾ। ਗੱਲ ਤਾਂ ਪੰਨੂ ਸਾਹਿਬ ਠੀਕ ਹੈ। ਇਸ ਵਾਰ ਸਾਇਲੈਂਟ ਵੋਟਰ ਕੁਛ ਨਾ ਕੁਛ ਤਾਂ ਜ਼ਰੂਰ ਕਰਕੇ ਦਿਖਾਉਣਗੇ। ਦੂਸਰੇ ਪਾਸੇ ਇੱਕ ਚਰਚਾ ਹੋਰ ਚੱਲਦੀ ਪਈ ਆ ਪੰਨੂ ਸਾਹਿਬ। ਕੇਂਦਰ ਸਰਕਾਰ ਨੂੰ ਦੋਸ਼ ਲੱਗਾ ਸੀ, ਕੇਂਦਰ ਸਰਕਾਰ ਤੇ ਪਹਿਲਾਂ ਇੱਕ ਸੌਫਟਵੇਅਰ ਸੀ ਪੈਗਾਸਸ, ਕਿ ਇਹ ਜਸੂਸੀ ਕਰਵਾਉਂਦੇ ਪਏ ਆ। ਚਲੋ ਬੜਾ ਰੌਲਾ ਪਿਆ ਪਾਰਲੀਮੈਂਟ ਵਿੱਚ, ਕਈ ਵਾਰ ਮੁੱਦਾ ਉੱਠਿਆ, ਮਾਮਲੇ ਦਾ ਕੁਛ ਨਹੀਂ ਬਣਿਆ, ਜਾਂਚ ਕਮੇਟੀਆਂ ਬਣੀਆਂ। ਹੁਣ ਚਰਚਾ ਚੱਲਦੀ ਪਈ ਹੈ ਕਿ ਇੱਕ ਹੋਰ ਸੌਫਟਵੇਅਰ ਸਰਕਾਰ ਨੇ ਖਰੀਦਿਆ ਤੇ ਜਸੂਸੀ ਉਹਦੇ ਰਾਹੀਂ ਹੁੰਦੀ ਹੈ। ਪੰਨੂ ਸਾਹਿਬ ਕਿੰਨੀ ਕੁ ਸਹੀ ਗੱਲ ਹੈ ਇਹ? ਦੇਖੋ, ਸਾਰੀ ਦੁਨੀਆ 'ਚ ਚਰਚਾ ਚੱਲ ਪਈ ਹੈ ਕਿ ਇੱਕ ਨਵਾਂ ਸਾਫਟਵੇਅਰ ਆ ਗਿਆ, ਹਰਮਿਟ ਸਪਾਈਵੇਅਰ। ਸਪਾਈਵੇਅਰ ਹੁੰਦਾ ਜਿਹੜਾ ਜਸੂਸੀ ਵਾਲਾ ਸਾਫਟਵੇਅਰ। ਪਹਿਲਾਂ ਵੀ ਕਈ ਆਏ ਸੀ। ਪੈਗਾਸਸ ਸਭ ਤੋਂ ਖਤਰਨਾਕ ਸੀ ਤੇ ਉਹਦੀ ਖਾਸ ਗੱਲ ਇਹ ਕਿ ਕੋਈ ਦੇਸ਼ ਤੋਪਾਂ ਬਣਾਵੇ, ਮਿਜ਼ਾਈਲਾਂ ਬਣਾਵੇ, ਟੈਂਕ ਬਣਾਵੇ, ਕੋਈ ਹੋਰ ਹਥਿਆਰ ਬਣਾਵੇ, ਆਪਣੇ ਦੇਸ਼ ਤੋਂ ਬਾਹਰ, ਦੇਸ਼ ਦੇ ਅੰਦਰ ਵੀ ਸਿਰਫ ਉਹ ਆਪਣੀ ਸਰਕਾਰ ਨੂੰ ਵੇਚ ਸਕਦਾ ਤੇ ਬਾਹਰ ਵੀ ਜਥੇਬੰਦੀਆਂ ਨੂੰ ਨਹੀਂ, ਗਰੁੱਪਾਂ ਨੂੰ ਨਹੀਂ, ਸਰਕਾਰਾਂ ਨੂੰ ਵੇਚ ਸਕਦਾ। ਤੇ ਕਿਹੜੇ ਦੇਸ਼ ਦੀ ਸਰਕਾਰ ਨੂੰ ਵੇਚਣੇ, ਕਿਹੜੇ ਨੂੰ ਨਹੀਂ, ਉਹ ਆਪਣੇ ਦੇਸ਼ ਦੀ ਸਰਕਾਰ ਤੋਂ ਪੁੱਛਦਾ। ਕਦੇ ਕੰਪਿਊਟਰਾਂ ਬਾਰੇ ਇਹ ਗੱਲ ਨਹੀਂ ਹੋਈ, ਕਦੇ ਆ ਖਾਣੇ ਬਾਰੇ ਗੱਲ ਨਹੀਂ ਹੋਈ, ਕੀੜੇ ਮਾਰ ਦਵਾਈਆਂ ਬਾਰੇ ਨਹੀਂ ਹੋਈ, ਬਾਕੀ ਗੱਲਾਂ ਬਾਰੇ ਨਹੀਂ ਹੋਈ। ਪੈਗਾਸਸ ਸਾਫਟਵੇਅਰ ਇਹੋ ਜਿਹਾ ਸੀ ਜਿਹੜਾ ਇਜ਼ਰਾਈਲ ਦੀ ਕੰਪਨੀ ਨੇ ਬਣਾਇਆ। ਉਹ ਕਿਉਂਕਿ ਸਾਫਟਵੇਅਰ ਜਸੂਸੀ ਵਾਲਾ ਸੀ, ਉਹਨੂੰ ਇੱਕ ਹਥਿਆਰ ਮੰਨਿਆ ਗਿਆ। ਉੱਥੋਂ ਦੀ ਸਰਕਾਰ ਨੇ ਪਾਬੰਦੀ ਲਾਤੀ ਕਿ ਪਹਿਲੀ ਗੱਲ ਦੁਨੀਆ ਭਰ 'ਚ ਤੂੰ ਵੇਚਣਾ ਤੇ ਸਿਰਫ ਸਰਕਾਰਾਂ ਨੂੰ ਵੇਚਣਾ ਜੀ। ਤੇ ਦੂਜੀ ਗੱਲ ਕਿ ਜਿੱਥੇ ਵੀ ਵੇਚਣਾ ਇਜ਼ਰਾਈਲ ਦੀ ਸਰਕਾਰ ਫੈਸਲਾ ਕਰੂਗੀ ਉਹਨਾਂ ਨੂੰ ਦੇਣਾ ਕਿ ਨਹੀਂ ਦੇਣਾ, ਉਸ ਦੇਸ਼ ਨਾਲ ਸਾਡੇ ਸੰਬੰਧ ਕਿਹੋ ਜਿਹੇ। ਉਹਦੇ ਬਾਵਜੂਦ ਇੱਥੇ ਭਾਰਤ ਵਿੱਚ ਆ ਗਿਆ ਸੀ, ਰੌਲਾ ਪਿਆ, ਸੁਪਰੀਮ ਕੋਰਟ ਤੱਕ ਚਲਾ ਗਿਆ, ਅਜੇ ਤੱਕ ਕਿਸੇ ਪਾਸੇ ਦੀ ਗੱਲ ਲੱਗੀ ਨਹੀਂ। ਹੁਣ ਪਤਾ ਲੱਗਾ ਕਿਉਂਕਿ ਉਸ ਸਾਫਟਵੇਅਰ ਦੀ ਬਦਨਾਮੀ ਬਹੁਤ ਹੋ ਗਈ ਸੀ। ਉਸ ਬਦਨਾਮੀ ਦਾ ਕਾਲਾ ਟਿੱਕਾ ਲਾਉਣ ਵਾਸਤੇ ਇੱਕ ਨਵਾਂ ਸਾਫਟਵੇਅਰ ਬਣ ਗਿਆ, ਕਿਸੇ ਕੰਪਨੀ ਨੇ ਬਣਾਤਾ, ਉਹ ਆ ਗਿਆ ਹਰਮਿਟ। ਜਿਹੜਾ ਹਰਮਿਟ ਸਾਫਟਵੇਅਰ ਹੈ ਉਹ ਹੁਣ ਚਰਚਾ ਇਹ ਆ ਕਿ ਭਾਰਤ ਵਿੱਚ ਵੀ ਆਣ ਪਹੁੰਚਿਆ। ਜੇ ਭਾਰਤ ਵਿੱਚ ਆਣ ਪਹੁੰਚਿਆ ਤਾਂ ਉਹ ਇੱਥੇ ਕਿਸੇ ਨਿੱਕੀ ਛੋਟੀ ਮੋਟੀ ਕਿਸੇ ਕੰਪਨੀ ਨੇ, ਕਿਸੇ ਫਰਮ ਨੇ ਤਾਂ ਨਹੀਂ ਲਿਆਉਣਾ ਜੀ। ਉਹ ਜੇ ਲਿਆਊਗਾ ਤੇ ਕਿਸੇ ਵੱਡੇ ਥਾਂ ਹੀ ਪਹੁੰਚਿਆ ਹੋ। ਜਿਹੜਾ ਕੱਲ੍ਹ ਦਾ ਰੌਲਾ ਪੈਣ ਡਿਆ ਤੇ ਅੱਜ ਹੋਰ ਪੈ ਗਿਆ ਤੇ ਭਲਕ ਤੱਕ ਸ਼ਾਇਦ ਹੋਰ ਵੱਧ ਜਾਵੇ। ਉਹਦੇ ਬਾਰੇ 'ਚ ਗੱਲ ਫਿਰ ਕੱਲ੍ਹ ਨੂੰ ਸਰਕਾਰ ਨੂੰ ਇਹਦਾ ਜਵਾਬ ਦੇਣਾ ਪੈ ਸਕਦਾ। ਆਖਿਰਕਾਰ ਮਾਮਲਾ ਲੋਕਾਂ ਦੀ ਪ੍ਰਾਈਵੇਸੀ ਦਾ।
ਗੱਲ ਨਿਕਲੀ ਆਪਾਂ ਨੂੰ ਸਭ ਦੂਰ ਤੱਕ ਤਾਂ ਜਾਣੀ ਹੈ। ਤੁਸੀਂ ਹਰਿਆਣੇ ਵਾਲੀ ਗੱਲ ਵੀ ਨਾਲ ਹੀ ਦੱਸ ਦਿਓ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਰੌਲਾ ਪੈ ਗਿਆ, ਕਹਿੰਦੇ ਪਾਟਕ ਫੇਰ ਪੈ ਗਿਆ, ਜਥੇਦਾਰ ਬਲਜੀਤ ਸਿੰਘ ਦਾਦੂ ਵਾਲੇ ਇੱਕ ਪਾਸੇ ਹੈ, ਬਾਕੀ ਮੈਂਬਰ ਹੋਰ ਪਾਸੇ ਹੋ ਗਏ ਹੈ। ਮਸਲਾ ਤਾਂ ਆਪਾਂ ਨੂੰ ਸਭ ਇਹਨਾਂ ਧਾਰਮਿਕ ਚੁੱਕਣਾ ਹੁੰਦਾ, ਇਹ ਸਿਆਸੀ ਕੰਮ ਕਾਹਤੋਂ ਹੋਣ ਲੱਗ ਪੈਂਦਾ ਵਿੱਚ? ਦੇਖੋ, ਜਿਹੜੀਆਂ ਸਿੱਖਾਂ ਦੀਆਂ ਜਥੇਬੰਦੀਆਂ ਨੇ, ਕਮੇਟੀਆਂ ਨੇ, ਕਮੇਟੀਆਂ ਵਾਲੇ ਪ੍ਰਬੰਧਕ ਨੇ, ਲੀਡਰ ਨੇ, ਉਹ ਸਾਰੇ ਕਦੇ ਵੀ ਕਿਤੇ ਵੀ 5, 10, 15, 25 2 ਸਾਲ ਇਕੱਠੇ ਨਹੀਂ ਰਹਿ ਸਕਦੇ ਜੀ। ਐਡਾ ਵੱਡਾ ਸਰਬੱਤ ਖਾਲਸਾ ਕੀਤਾ ਸੀ, 1.5 ਲੱਖ ਲੋਕ ਇਕੱਠੇ ਹੋ ਗਏ ਸੀ। ਬਿਲਕੁਲ। ਉਹਦੇ ਚੋਂ 5 ਤਖਤਾਂ ਵਾਸਤੇ ਨਵੇਂ ਕਾਰਜਕਾਰੀ ਜਥੇਦਾਰ ਵੀ ਚੁਣ ਦਿੱਤੇ ਗਏ। ਇੱਕ ਜਥੇਦਾਰ ਜੇਲ੍ਹ ਵਿੱਚ ਸੀ, ਜਗਤਾਰ ਸਿੰਘ ਹਵਾਰਾ, ਉਸ ਥਾਂ ਤੇ ਕਾਰਜਕਾਰੀ ਜਥੇਦਾਰ ਵੀ ਬਣਾਤਾ ਗਿਆ। ਅਗਲੇ ਮਹੀਨੇ ਮੀਟਿੰਗ ਹੋਣ ਲੱਗੀ ਤੇ ਉਹਨਾਂ ਜਥੇਦਾਰਾਂ 'ਚੋਂ ਇੱਕ ਨੇ ਕਹਿਤਾ ਮੈਂ ਨਹੀਂ ਆਉਣਾ, ਉਹਦੀ ਥਾਂ ਤੇ ਕੋਈ ਹੋਰ ਬੰਦਾ ਫੜ ਕੇ ਬਿਠਾਉਣਾ ਪੈ ਗਿਆ। ਇੰਨਾ ਵੀ ਨਹੀਂ ਚੱਲ, 1.5 ਲੱਖ ਦਾ ਇਕੱਠ ਸੀ ਲੋਕਾਂ ਦਾ, ਉਹਦੀ ਵੀ ਸ਼ਰਮ ਨਹੀਂ ਸੀ। ਹੁਣ ਜਿੰਨੀਆਂ ਜਥੇਬੰਦੀਆਂ ਬਣੀਆਂ ਸਾਰੀਆਂ ਇਸ ਤਰ੍ਹਾਂ ਪਾਟਕ ਹੁੰਦਾ। ਹਰਿਆਣੇ ਦੇ ਸਿੱਖਾਂ ਨੇ ਆਖਿਆ ਜੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਬੰਧਕ ਕਮੇਟੀ SGPC ਨੂੰ ਚਲਾਉਣ ਵਾਲੀ ਲੀਡਰਸ਼ਿਪ ਤੋਂ ਤੰਗ ਹੈ, ਅਸੀਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣੀ ਹੈ, ਬਣਾ ਲਈ। ਥੋੜ੍ਹੇ ਚਿਰ ਬਾਅਦ ਉਹ 'ਚ ਪਾਟਕ ਪੈ ਗਿਆ। ਫਿਰ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਨਾਲ ਲੈ ਕੇ ਤੇ ਇੱਕ ਇਕੱਠਿਆਂ ਰਲ ਮਿਲ ਕੇ ਫਿਰ ਕਮੇਟੀ ਬਣਾਈ ਗਈ। ਕੁਝ ਗੁਰਦੁਆਰਿਆਂ ਤੇ ਉਹਨਾਂ ਦਾ ਕਬਜ਼ਾ, ਕੁਝ ਗੁਰਦੁਆਰਿਆਂ ਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲੇ ਦਾ ਕਬਜ਼ਾ। ਹੁਣ ਜਿਹੜੀ ਉਹ ਕਮੇਟੀ ਬਣੀ ਸੀ ਸੰਤ ਦਾਦੂਵਾਲ ਦੀ ਅਗਵਾਈ 'ਚ, ਉਹ ਵੀ ਪਾਟ ਗਈ ਤੇ ਸੰਤ ਦਾਦੂਵਾਲ ਦੇ ਖਿਲਾਫ ਦੂਸਰਾ ਗਰੁੱਪ ਖੜਾ ਹੋ ਗਿਆ। ਇਹਦਾ ਮਤਲਬ ਤਾਂ ਇਹ ਆ ਕਿ ਜਿੱਥੇ ਮਰਜ਼ੀ ਬਿਠਾ ਦਿਓ, ਇਹ ਕਦੇ ਆਪੋ ਵਿੱਚ 4 ਦਿਨ ਇਕੱਠੇ ਨਹੀਂ ਰਹਿ ਸਕਦੇ। ਲੋਕੀ ਕਹਿੰਦੇ ਆ ਜੀ ਅਸਲੀ ਕਾਰਨ ਇਹ ਆ ਕਿ ਸਾਰੀ ਲੀਡਰਸ਼ਿਪ ਦੀ ਗੁਰੂ ਵੱਲ ਪਿੱਠ ਤੇ ਗੋਲਕਾਂ ਵੱਲ ਮੂੰਹ ਆ ਜੀ। ਜਿਹੜੀਆਂ ਗੋਲਕਾਂ ਨੇ, ਮਾਇਆ ਇਹੋ ਜਿਹੀ ਚੀਜ਼ ਆ ਕਿ ਜਿਹੜੀ ਘਰਾਂ 'ਚ ਪਿਓ ਪੁੱਤ ਨੂੰ, ਭਰਾ ਭਰਾ ਨੂੰ, ਭੈਣ ਭਰਾ ਨੂੰ, ਮਾਂ ਪੁੱਤ ਨੂੰ ਸਾਰਿਆਂ ਨੂੰ ਲੜਾ ਦਿੰਦੀ ਆ। ਉਹ ਮਾਇਆ ਜਿਹੜੀ ਇਸ ਵੇਲੇ ਇਹਨਾਂ ਸਾਰਿਆਂ ਦੇ ਸਿਰਾਂ ਨੂੰ ਚੜ੍ਹੀ ਹੋਈ ਆ। ਇਹ ਮਾਇਆ ਇਹੋ ਜਿਹੇ ਕ੍ਰਿਸ਼ਮੇ ਵਿਖਾ ਰਹੀ ਆ ਕਿ ਜਿੱਥੇ ਵੀ ਕਿਤੇ ਹੁੰਦੇ ਆ 4 ਦਿਨ ਇਕੱਠੇ ਨਹੀਂ ਰਹਿ ਸਕਦੇ। ਜੀ ਪੰਜ ਸਾਹਿਬ, ਗੱਲ ਤਾਂ ਇਹੀ ਹੈ, ਬਿਲਕੁਲ ਸਹੀ ਹੈ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਹੈ। ਬਾਕੀ ਹਰ ਰੋਜ਼ ਤਰ੍ਹਾਂ ਪੰਜ ਸਾਹਿਬ ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਤਾਂ ਜ਼ਰੂਰ ਟਿੱਪਣੀ ਕਰਿਆ ਕਰੋ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।